ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 3 ਸੂਬਿਆਂ ਨੇ ਕੱਢੇ ਡਰਾਅ, ਜਾਣੋ ਕਿੰਨਿਆਂ ਦੀ ਜਾਗੀ ਕਿਸਮਤ। ਵਿਆਜ ਦਰਾਂ ਵਿੱਚ ਹੋਵੇਗਾ ਹੋਰ ਵਾਧਾ, ਸੈਂਟਰਲ ਬੈਂਕ ਨੇ ਦਿੱਤੀ ਜਾਣਕਾਰੀ। ਕੈਨੇਡਾ 'ਚ ਵਧੀ ਸ਼ਰਨਾਰਥੀਆਂ ਦੀ ਗਿਣਤੀ 2017 ਤੋਂ ਬਾਅਦ ਦਾ ਵੱਡਾ ਅੰਕੜਾ ਆਇਆ ਸਾਹਮਣੇ। ਪਾਸਪੋਰਟ ਹਾਸਲ ਕਰਨ ਵਿੱਚ ਲੱਗ ਰਿਹਾ ਵੱਧ ਸਮਾਂ, ਰਿਕਾਰਡ ਤੋੜ ਅੰਕੜਾ ਆਇਆ ਸਾਹਮਣੇ। ਇਮੀਗ੍ਰੇਸ਼ਨ ਬਾਰੇ 3 ਸੂਬਿਆਂ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ 3 ਸੂਬਿਆਂ ਵੱਲੋਂ ਜਿਹੜੇ ਡਰਾਅ ਕੱਢੇ ਗਏ, ਇਸ ਵਿੱਚ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਈ, ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। 3 ਸੂਬਿਆਂ ਵੱਲੋਂ ਡਰਾਅ ਕੱਢੇ ਗਏ, ਜਿੱਥੇ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਇਹ PNP ਡਰਾਅ ਸਨ, ਜਿਨ੍ਹਾਂ ਦਾ ਪ੍ਰੋਵਿੰਸਸ ਵੱਲੋਂ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਵੱਖ-ਵੱਖ ਸੂਬਿਆਂ ਵੱਲੋਂ ਕਿੰਨੇ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਨੇ। ਜੀ ਹਾਂ, ਲਗਾਤਾਰ ਕੈਨੇਡਾ ਦੇ ਸੂਬੇ PNP ਡਰਾਅ ਦਾ ਐਲਾਨ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਬਾਰੇ ਹੁਣ ਡੀਟੇਲ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਦੀ ਇਨ੍ਹਾਂ ਡਰਾਅਸ ਵਿੱਚ ਕਿਸਮਤ ਜਾਗੀ ਹੈ। IRCC ਵੱਲੋਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਕੱਢੇ ਗਏ ਡਰਾਅ ਦੀ ਜਾਣਕਾਰੀ ਸਾਂਝੀ ਕੀਤੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 19 ਅਪ੍ਰੈਲ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 174 ਬ੍ਰਿਟਿਸ਼ ਕੋਲੰਬੀਆ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। 147 ਉਮੀਦਵਾਰਾਂ ਨੂੰ ਜਨਰਲ ਡਰਾਅ ਰਾਹੀਂ ਸੱਦੇ ਹਾਸਿਲ ਹੋਏ। ਜਿਹੜੇ ਉਮੀਦਵਾਰਾਂ ਨੂੰ ਇਨ੍ਹਾਂ ਡਰਾਅਸ ਵਿੱਚ ਇਨਵੀਟੇਸ਼ਨ ਮਿਲੇ, ਉਹ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟੇਗਰੀਜ਼ ਵਿੱਚੋਂ ਸਨ। ਇਨ੍ਹਾਂ ਨੂੰ ਜ਼ਰੂਰਤ ਸੀ ਕਿ ਇਨ੍ਹਾਂ ਕੋਲ 77 ਤੋਂ 125 ਦੇ ਵਿਚਕਾਰ ਸਕੋਰਸ ਹੋਣ। ਪ੍ਰੋਵਿੰਸ ਵੱਲੋਂ ਟਾਰਗੇਟਡ ਆਕਿਊਪੇਸ਼ਨ ਦੇ ਜ਼ਰੀਏ 3 ਅਲੱਗ-ਅਲੱਗ ਡਰਾਅ ਦਾ ਵੀ ਐਲਾਨ ਕੀਤਾ ਗਿਆ। 20 ਅਰਲੀ ਚਾਈਲਡਹੁੱਡ ਐਜੂਕੇਟਰਸ ਨੂੰ ਸੱਦੇ ਦਿੱਤੇ ਗਏ। ਇਨ੍ਹਾਂ ਡਰਾਅਸ ਵਿੱਚ 7 ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਵੀ ਕਿਸਮਤ ਜਾਗੀ ਹੈ। ਇਨ੍ਹਾਂ ਡਰਾਅਸ ਵਿੱਚ ਉਮੀਦਵਾਰਾਂ ਕੋਲ ਘੱਟੋ-ਘੱਟ 70 ਸਕੋਰਸ ਹੋਣੇ ਜ਼ਰੂਰੀ ਰਹੇ। ਮੈਨੀਟੋਬਾ ਵੱਲੋਂ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਜਿਹੜੇ ਡਰਾਅ ਕੱਢੇ ਗਏ, ਉਸ ਵਿੱਚ 303 ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ। ਇਹ ਡਰਾਅ 21 ਅਪ੍ਰੈਲ ਨੂੰ ਐਲਾਨ ਕੀਤਾ ਗਿਆ। ਸਕਿਲਡ ਵਰਕਰਸ ਇਨ ਮੈਨੀਟੋਬਾ ਤਹਿਤ 201 ਸੱਦੇ ਦਿੱਤੇ ਗਏ ਤੇ ਘੱਟੋ-ਘੱਟ 707 ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀਜ਼ ਤਹਿਤ 61 ਇਨਵੀਟੇਸ਼ਨ ਦਿੱਤੇ ਗਏ, 708 ਘੱਟੋ-ਘੱਟ ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 41 ਇਨਵੀਟੇਸ਼ਨ ਦਿੱਤੇ ਗਏ, ਪਰ ਇਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਇਸ ਤੋਂ ਇਲਾਵਾ 46 ਉਹਨਾਂ ਨੂੰ ਸੱਦੇ ਦਿੱਤੇ ਗਏ ਜਿਨ੍ਹਾਂ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਸੀ। ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ 21 ਅਪ੍ਰੈਲ ਵਾਲੇ ਦਿਨ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਵਿੱਚ 141 ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਉਹ ਸਨ ਜਿਹੜੇ ਕਿ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਰਹੇ। ਇਨ੍ਹਾਂ ਵਿੱਚੋਂ 11 ਸੱਦੇ ਉਹਨਾਂ ਨੂੰ ਮਿਲੇ ਜਿਹੜੇ ਬਿਜ਼ਨਸ ਇੰਪੈਕਟ ਕੈਂਡੀਡੇਟ ਸਨ ਤੇ ਇਨ੍ਹਾਂ ਨੂੰ 62 ਸਕੋਰਸ ਦੀ ਜ਼ਰੂਰਤ ਰਹੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਹਰ ਮਹੀਨੇ ਇੱਕ ਡਰਾਅ ਕੱਢਿਆ ਜਾਂਦਾ ਹੈ। ਵਿਆਜ ਦਰਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਏਗਾ, ਇਸ ਬਾਰੇ ਸੈਂਟਰਲ ਬੈਂਕ ਵੱਲੋਂ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਦਿਨੀ ਵੀ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਵਿੱਚ ਵਾਧਾ ਕੀਤਾ ਗਿਆ ਸੀ ਤੇ ਇੱਕ ਵਾਰ ਫਿਰ ਤੋਂ ਵਾਧੇ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਵੱਧ ਰਹੀ ਮਹਿੰਗਾਈ ਹੈ, ਉਸ ਦੇ ਉੱਪਰ ਕਾਬੂ ਪਾਉਣ ਲਈ ਇਹ ਕਦਮ ਚੁੱਕਿਆ ਜਾਵੇਗਾ, ਕਿਉਂਕਿ ਪਿਛਲੇ ਦਿਨੀ ਜਿਹੜੇ ਅੰਕੜੇ ਸਾਹਮਣੇ ਆਏ, ਉਸ ਤੋਂ ਪਤਾ ਚੱਲਿਆ ਕਿ ਮਾਰਚ ਮਹੀਨੇ ਦੌਰਾਨ ਮਹਿੰਗਾਈ ਨੇ ਕਈ ਰਿਕਾਰਡ ਤੋੜ ਦਿੱਤੇ। ਵਿਆਜ ਦਰਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਸੈਂਟਰਲ ਬੈਂਕ ਵੱਲੋਂ ਸਾਂਝੀ ਕੀਤੀ ਗਈ। ਬੈਂਕ ਆਫ ਕੈਨੇਡਾ ਦੇ ਗਵਰਨਰ ਵੱਲੋਂ ਇਹ ਇਸ਼ਾਰਾ ਦਿੱਤਾ ਗਿਆ ਹੈ ਕਿ ਕੈਨੇਡਾ ਵੱਲੋਂ ਇੰਟਰਸਟ ਰੇਟ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਅੱਧੇ ਪ੍ਰਤੀਸ਼ਤ ਪੁਆਇੰਟ ਦੇ ਨਾਲ ਉੱਪਰ ਚਲੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮਹਿੰਗਾਈ ਨੂੰ ਕਾਬੂ ਵਿੱਚ ਕਰਨ ਸੰਬੰਧੀ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ 2 ਹਫ਼ਤੇ ਪਹਿਲਾਂ ਸੈਂਟਰਲ ਬੈਂਕ ਵੱਲੋਂ ਇੰਟਰਸਟ ਰੇਟ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ, ਜਿੱਥੇ ਅੱਧਾ ਪੁਆਇੰਟ ਇੰਟਰਸਟ ਰੇਟ ਵਧਾਇਆ ਗਿਆ, ਜਿਸ ਨਾਲ ਇੰਟਰਸਟ ਰੇਟ 1% ਉੱਪਰ ਪਹੁੰਚ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ, ਕਿਉਂਕਿ ਮੌਜੂਦਾ ਸਮੇਂ ਉਹਨਾਂ ਦਾ ਇਹੀ ਟੀਚਾ ਹੈ ਕਿ ਮਹਿੰਗਾਈ ਉੱਪਰ ਕਾਬੂ ਪਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਦੇ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ। ਮਾਰਚ ਮਹੀਨੇ ਬਾਰੇ ਜਿਹੜੇ ਅੰਕੜੇ ਸਾਹਮਣੇ ਆਏ ਉਹਨਾਂ ਨੇ 3 ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਾਰਚ ਮਹੀਨੇ ਇਨਫਲੇਸ਼ਨ ਰੇਟ 6.7% ਉੱਪਰ ਪਹੁੰਚ ਗਿਆ। ਇਸ ਬਾਰੇ ਜਿਹੜਾ ਅੰਦਾਜ਼ਾ ਲਗਾਇਆ ਗਿਆ ਸੀ ਉਸ ਤੋਂ ਕਿਤੇ ਵੱਧ ਇਸ ਮਹੀਨੇ ਵਿੱਚ ਇਨਫਲੇਸ਼ਨ ਰੇਟ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਇੰਟਰਸਟ ਰੇਟਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਬੈਂਕ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਸੀ। ਕੈਨੇਡਾ ਵਿੱਚ ਪਹਿਲਾਂ ਦੇ ਮੁਕਾਬਲੇ ਅਸਾਈਲਮ ਸੀਕਰਸ ਦੀ ਗਿਣਤੀ ਵਧ ਰਹੀ ਹੈ। ਦਸੰਬਰ ਮਹੀਨੇ ਦੇ ਬਾਰੇ ਅੰਕੜਾ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਸਾਈਲਮ ਸੀਕਰਸ ਇਸ ਸਮੇਂ ਕੈਨੇਡਾ ਵਿੱਚ ਆ ਰਹੇ ਨੇ। ਕੋਰੋਨਾ ਪੈਂਡੇਮਿਕ ਕਾਰਨ ਕੁਝ ਪਾਬੰਦੀਆਂ ਲਗਾਈਆਂ ਗਈਆਂ, ਜਿਵੇਂ ਇਹਨਾਂ ਤੋਂ ਰਾਹਤ ਦਿੱਤੀ ਗਈ ਤਾਂ ਫਿਰ ਸ਼ਰਨਾਰਥੀਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਵਿੱਚ ਹੁਣ ਜ਼ਿਆਦਾ ਅਸਾਈਲਮ ਸੀਕਰਸ ਦਾਖਲ ਹੋ ਰਹੇ ਨੇ। ਕੁਝ ਅੰਕੜੇ ਪੇਸ਼ ਕੀਤੇ ਗਏ, ਜਿਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਅਸਾਈਲਮ ਸੀਕਰਸ ਦੀ ਕੈਨੇਡਾ ਵਿੱਚ ਗਿਣਤੀ ਵੱਧ ਹੋਣ ਲੱਗੀ ਹੈ। ਜਿਹੜੇ ਅੰਕੜੇ ਪੇਸ਼ ਕੀਤੇ ਗਏ ਉਹਨਾਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਅਗਸਤ 2017 ਤੋਂ ਬਾਅਦ ਦਸੰਬਰ ਮਹੀਨੇ ਅਸਾਈਲਮ ਸੀਕਰਸ ਦੀ ਗਿਣਤੀ ਕੈਨੇਡਾ ਵਿੱਚ ਵੱਧ ਦਰਜ ਕੀਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਉੱਪਰ ਫੈਸਲਾ ਆਉਣ ਵਿੱਚ ਵੀ ਕਾਫੀ ਵਕਤ ਲੱਗਦਾ ਹੈ, ਭਾਵ ਕਿ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਕੈਨੇਡਾ ਬਾਰਡਰ ਦੇ ਉੱਪਰ ਵੀ ਪਾਬੰਦੀਆਂ ਲਗਾਈਆਂ ਗਈਆਂ ਤੇ ਇਹ ਪਾਬੰਦੀਆਂ ਅਸਾਈਲਮ ਸੀਕਰਸ ਦੇ ਉੱਪਰ ਵੀ ਲਾਗੂ ਹੋਈਆਂ ਸਨ। ਬਾਅਦ ਵਿੱਚ ਜਦੋਂ ਦਸੰਬਰ ਮਹੀਨੇ ਇਹਨਾਂ ਰੈਸਟ੍ਰਿਕਸ਼ਨਸ ਨੂੰ ਖਤਮ ਕੀਤਾ ਗਿਆ ਤਾਂ ਉਹਨਾਂ ਨੂੰ ਦੇਖ ਕੇ ਪਤਾ ਚੱਲਿਆ ਕਿ ਵੱਧ ਗਿਣਤੀ ਅਸਾਈਲਮ ਸੀਕਰਸ ਕੈਨੇਡਾ ਵਿੱਚ ਆਏ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਦੱਸਿਆ ਗਿਆ ਕਿ ਦਸੰਬਰ ਮਹੀਨੇ 2811 ਅਸਾਈਲਮ ਸੀਕਰਸ ਵੱਲੋਂ ਕੈਨੇਡਾ ਵਿੱਚ ਦਾਖਲਾ ਲਿਆ ਗਿਆ। ਜਨਵਰੀ ਮਹੀਨੇ ਵਾਸਤੇ ਇਹ ਗਿਣਤੀ 2382 ਦੀ ਦੱਸੀ ਗਈ ਤੇ ਫਰਵਰੀ ਵਾਸਤੇ 2164 ਦਾ ਅੰਕੜਾ ਸਾਂਝਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਫਰਵਰੀ 2019 ਅਤੇ ਜਨਵਰੀ 2019 ਦੌਰਾਨ 808 ਅਤੇ 888 ਅਸਾਈਲਮ ਸੀਕਰ ਸੀ ਕੈਨੇਡਾ ਵਿੱਚ ਆਏ ਨੇ। ਇਹਨਾਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕਿਵੇਂ ਪਹਿਲਾਂ ਦੇ ਮੁਕਾਬਲੇ ਇਹਨਾਂ ਦੀ ਗਿਣਤੀ ਵੱਧ ਹੋਣ ਲੱਗੀ ਹੈ। ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਵਾਸਤੇ ਉਹਨਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦਫ਼ਤਰਾਂ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਜਿਹੜੇ ਲੋਕ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਉਹ ਪਾਸਪੋਰਟ ਰੀਨਿਊ ਕਰਵਾ ਲੈਣ। ਇਸ ਬਾਰੇ ਇੱਕ ਅੰਕੜਾ ਵੀ ਫੈਡਰਲ ਸਰਕਾਰ ਵੱਲੋਂ ਸਾਂਝਾ ਕੀਤਾ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਰੋਜ਼ਾਨਾ ਹੀ ਕਿੰਨੇ ਜ਼ਿਆਦਾ ਪਾਸਪੋਰਟ ਇਸ ਸਮੇਂ ਵਿਭਾਗ ਨੂੰ ਮਿਲ ਰਹੇ ਨੇ। ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਹੁਣ ਕਾਫੀ ਸਮੇਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਾਸਪੋਰਟ ਐਪਲੀਕੇਸ਼ਨਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਅਰਜ਼ੀਆਂ ਵਿਭਾਗ ਕੋਲ ਇਕੱਠੀਆਂ ਹੋ ਗਈਆਂ ਨੇ ਤੇ ਹੁਣ ਕੈਨੇਡੀਅਨਸ ਨੂੰ ਇਸ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਬਾਰੇ ਫੈਡਰਲ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪਾਸਪੋਰਟ ਦੀਆਂ ਅਰਜ਼ੀਆਂ ਦੇਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ। ਦਰਅਸਲ ਪੈਂਡੇਮਿਕ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਸ ਤੋਂ ਬਾਅਦ ਦੇਸ਼ ਭਰ ਵਿੱਚ ਇਹਨਾਂ ਅਰਜ਼ੀਆਂ ਵਾਸਤੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਜਿਵੇਂ ਇਹਨਾਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਅੰਤਰਰਾਸ਼ਟਰੀ ਯਾਤਰਾ ਮੁੜ ਤੋਂ ਸ਼ੁਰੂ ਹੋ ਗਈ ਹੈ, ਉਸ ਤੋਂ ਬਾਅਦ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਕਿਵੇਂ ਲੋਕ ਪਾਸਪੋਰਟ ਰੀਨਿਊ ਕਰਵਾਉਣ ਵਾਸਤੇ ਆ ਰਹੇ ਹਨ। ਸਰਕਾਰ ਨੇ ਦੱਸਿਆ ਹੈ ਕਿ ਪੈਂਡੇਮਿਕ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਪਾਸਪੋਰਟ ਐਪਲੀਕੇਸ਼ਨਸ ਵਿੱਚ 40% ਦਾ ਵਾਧਾ ਦਰਜ ਕੀਤਾ ਗਿਆ। ਸਰਵਿਸਿਜ਼ ਕੈਨੇਡਾ ਕੋਲ ਪ੍ਰਤੀ ਦਿਨ 2 ਲੱਖ ਤੋਂ ਵੱਧ ਪਾਸਪੋਰਟ ਅਰਜ਼ੀਆਂ ਪਹੁੰਚ ਰਹੀਆਂ ਹਨ, ਜਦਕਿ ਪੈਂਡੇਮਿਕ ਤੋਂ ਪਹਿਲਾਂ ਪ੍ਰਤੀ ਦਿਨ ਦੇ ਹਿਸਾਬ ਨਾਲ 5000 ਅਰਜ਼ੀਆਂ ਹੀ ਆਉਂਦੀਆਂ ਸਨ। ਸਰਵਿਸਿਜ਼ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 1 ਅਪ੍ਰੈਲ 2020 ਤੋਂ 21 ਮਾਰਚ 2021 ਤੱਕ ਸਰਵਿਸ ਕੈਨੇਡਾ ਨੇ 3,63,000 ਪਾਸਪੋਰਟ ਜਾਰੀ ਕੀਤੇ ਹਨ। ਇੱਕ ਸਾਲ ਬਾਅਦ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ 12,73,000 ਪਾਸਪੋਰਟ ਜਾਰੀ ਕੀਤੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਰੋਕਾਂ ਦੇ ਕਾਰਨ ਦਫ਼ਤਰ ਵਿੱਚ ਸਟਾਫ ਦੀ ਵੀ ਅਜੇ ਕਮੀ ਹੈ, ਜਿਸ ਕਾਰਨ ਜ਼ਿਆਦਾ ਸਮੇਂ ਦਾ ਇੰਤਜ਼ਾਰ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਹੁਣ ਪਾਸਪੋਰਟ ਦਫ਼ਤਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆ ਰਹੀਆਂ ਨੇ, ਜਿੱਥੇ ਲੋਕ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਉਹਨਾਂ ਦਾ ਪਾਸਪੋਰਟ ਰੀਨਿਊ ਹੋ ਜਾਵੇ। ਸਰਵਿਸਿਜ਼ ਕੈਨੇਡਾ ਦੀਆਂ ਅਹਿਮ ਲੋਕੇਸ਼ਨਸ ਉੱਪਰ ਪਾਸਪੋਰਟ ਅਪਲਾਈ ਕਰਨ ਤੋਂ 25 ਦਿਨ ਅੰਦਰ ਪਾਸਪੋਰਟ ਹਾਸਲ ਹੋ ਜਾਂਦਾ ਹੈ, ਜੋ ਕਿ ਪਹਿਲਾਂ 20 ਦਿਨਾਂ ਵਿੱਚ ਹੀ ਹਾਸਲ ਹੋ ਜਾਂਦਾ ਸੀ। ਸਰਵਿਸਿਜ਼ ਕੈਨੇਡਾ ਦੀਆਂ 35 ਵਿਸ਼ੇਸ਼ ਪਾਸਪੋਰਟ ਲੋਕੇਸ਼ਨਸ ਉੱਪਰ 5 ਤੋਂ 10 ਦਿਨਾਂ ਵਿੱਚ ਹੀ ਅਰਜ਼ੀਆਂ ਉੱਪਰ ਫੈਸਲਾ ਸੁਣਾਇਆ ਜਾ ਰਿਹਾ ਹੈ। ਐਮਰਜੈਂਸੀ ਐਕਟ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਬਾਰੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਬਾਰੇ ਸਟੇਟਮੈਂਟ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਐਮਰਜੈਂਸੀ ਐਕਟ ਜੋ ਲਗਾਇਆ ਗਿਆ ਸੀ ਉਸ ਸੰਬੰਧੀ ਪੜਤਾਲ ਕੀਤੀ ਜਾਵੇਗੀ।
ਐਮਰਜੈਂਸੀ ਐਕਟ ਲਗਾਉਣ ਦੇ ਸੰਬੰਧ ਵਿੱਚ ਹੁਣ ਕਾਰਵਾਈ ਹੋਵੇਗੀ। ਇਸ ਬਾਰੇ ਪੁੱਛਗਿੱਛ ਵਾਸਤੇ ਕਮਿਸ਼ਨ ਦਾ ਗਠਨ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਐਮਰਜੈਂਸੀ ਕਾਨੂੰਨ ਦਾ ਇਸਤੇਮਾਲ ਕਰਨ ਸੰਬੰਧੀ ਇਨਕੁਆਇਰੀ ਕਰਨ ਵਾਸਤੇ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ, ਜਿਸ ਵਿੱਚ ਟਰੂਡੋ ਨੇ ਕਿਹਾ ਕਿ ਐਮਰਜੈਂਸੀ ਐਕਟ ਲਾਗੂ ਕਰਨ ਦੀ ਲੋੜ ਪੈਦਾ ਕਰਨ ਵਾਲੇ ਹਾਲਾਤਾਂ ਦਾ ਰਿਵਿਊ ਕਰਨ ਵਾਸਤੇ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਦੱਸਦੀਏ ਕਿ ਆਟਵਾ ਵਿੱਚ ਜੋ ਵੈਕਸੀਨੇਸ਼ਨ ਖਿਲਾਫ ਪ੍ਰਦਰਸ਼ਨ ਹੋਇਆ, ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਮਰਜੈਂਸੀ ਐਕਟ ਦਾ ਐਲਾਨ ਕੀਤਾ ਗਿਆ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੌਲ ਰੋਲੋ ਇਸ ਕਮਿਸ਼ਨ ਦੀ ਅਗਵਾਈ ਕਰਨਗੇ। ਪੌਲ ਨੂੰ 2002 ਵਿੱਚ ਓਨਟਾਰੀਓ ਦੀ ਸੁਪੀਰੀਅਰ ਕੋਰਟ ਵਿੱਚ ਜੱਜ ਅਪਾਇੰਟ ਕੀਤਾ ਗਿਆ ਸੀ। 2005 ਵਿੱਚ ਉਹ ਓਨਟਾਰੀਓ ਕੋਰਟ ਆਫ ਅਪੀਲ ਵਿੱਚ ਸ਼ਾਮਿਲ ਹੋਏ। ਇਸ ਬਾਰੇ ਮਿਨਿਸਟਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Today is a landmark day because we will be fulfilling our obligations under the Emergencies Act to commence this public inquiry. We want to begin by expressing our gratitude to Justice Rouleau, who is a sitting judge on the Ontario Court of Appeal, who has a plethora of experience in understanding the issues which will be brought before him in the context of this public inquiry. As Minister Blair said, we're looking forward to cooperating with Justice Rouleau to ensure that he has the access to the information, including classified documents, so that he can do his job. Also, just underline that there are some procedural requirements to file the report to this the conclusion of this public inquiry within 360 days of the expiry of the revocation of the Emergencies Act, which is February 20th, 2023. And we're looking forward to it. This is not just about checking a box off. This is healthy for our democracy, and we want to thank the Commissioner ahead of his important work, and I'll turn it over to Minister Blanc. Thank you very much. ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇਸ ਮਾਮਲੇ ਦੇ ਸੰਬੰਧ ਵਿੱਚ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਪੀੜਤ ਅਤੇ ਸਸਪੈਕਟ ਦੋਨਾਂ ਦੇ ਨਾਮ ਜਨਤਕ ਨਹੀਂ ਕੀਤੇ। ਬਾਅਦ ਵਿੱਚ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਬਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖਮੀ ਹੋਇਆ ਤੇ ਔਰਤ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ 3:44 ਦੇ ਕਰੀਬ ਸਾਹਮਣੇ ਆਇਆ, ਜਿੱਥੇ ਉਹਨਾਂ ਨੂੰ ਵਿਲੀਅਮਸ ਪਾਰਕਵੇ ਅਤੇ ਸੈਂਟਰ ਸਟਰੀਟ ਨਾਰਥ ਏਰੀਆ ਦੇ ਨੇੜੇ ਗੋਲੀ ਚੱਲਣ ਬਾਰੇ ਪਤਾ ਚੱਲਿਆ। ਜਦੋਂ ਪੁਲਿਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਉਹਨਾਂ ਦੇਖਿਆ ਕਿ ਕਈ ਗੋਲੀਆਂ ਲੱਗਣ ਕਾਰਨ ਇੱਥੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਪਿਆ ਸੀ। ਇਸ ਨੂੰ ਤੁਰੰਤ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ, ਜਿੱਥੇ ਮੌਜੂਦਾ ਸਮੇਂ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇੱਕ ਔਰਤ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮੌਕੇ ਵਾਲੀ ਥਾਂ ਤੋਂ ਇੱਕ ਹਥਿਆਰ ਵੀ ਪੁਲਿਸ ਦੇ ਹੱਥ ਲੱਗਾ ਹੈ। ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਜਿਸ ਸਮੇਂ ਘਰ ਵਿੱਚ ਗੋਲੀਆਂ ਚਲਾਈਆਂ ਗਈਆਂ ਤਾਂ ਉੱਥੇ ਇੱਕ ਅਡਲਟ ਬੱਚਾ ਵੀ ਮੌਜੂਦ ਸੀ। ਫਿਲਹਾਲ ਪੁਲਿਸ ਨੇ ਕਹਿ ਦਿੱਤਾ ਹੈ ਕਿ ਇਸ ਮਾਮਲੇ ਨਾਲ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈ, ਭਾਵ ਕਿ ਇਸ ਨੂੰ ਆਮ ਲੋਕਾਂ ਵਾਸਤੇ ਖਤਰਾ ਨਹੀਂ ਦੱਸਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਪੀੜਤ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ ਤੇ ਨਾ ਹੀ ਸਸਪੈਕਟ ਦੀ ਡਿਟੇਲ ਅਜੇ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਓਨਟਾਰੀਓ ਚੋਣਾਂ ਤੋਂ ਪਹਿਲਾਂ ਓਨਟਾਰੀਓ NDP ਵੱਲੋਂ ਇਲੈਕਸ਼ਨ ਪਲੇਟਫਾਰਮ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਨੇ। ਇਸ ਵਿੱਚ ਅਫੋਰਡੇਬਲ ਹਾਊਸਿੰਗ ਦੀ ਗੱਲ ਕੀਤੀ ਗਈ ਹੈ ਤੇ ਨਾ ਹੀ ਮਿਨੀਮਮ ਵੇਜ ਵਿੱਚ ਵਾਅਦਾ ਕਰਨ ਦੀ ਵੀ ਗੱਲ ਕਹੀ ਗਈ। ਕਈ ਵਰਕਰਸ ਨੂੰ ਹਾਇਰ ਵੀ ਕੀਤਾ ਜਾਏਗਾ। ਕੀ ਹੈ ਔਰ ਇਸ ਬਾਰੇ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਚੋਣਾਂ ਤੋਂ ਪਹਿਲਾਂ ਓਨਟਾਰੀਓ NDP ਵੱਲੋਂ ਆਪਣਾ ਇਲੈਕਸ਼ਨ ਪਲੇਟਫਾਰਮ ਜਾਰੀ ਕਰ ਦਿੱਤਾ ਗਿਆ, ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਓਨਟਾਰੀਓ NDP ਵੱਲੋਂ ਇਲੈਕਸ਼ਨ ਪਲੇਟਫਾਰਮ ਵਿੱਚ ਕਈ ਨੌਕਰੀਆਂ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਇੱਥੇ ਅਫੋਰਡੇਬਲ ਹਾਊਸਿੰਗ ਦੀ ਵੀ ਗੱਲ ਹੋਈ ਹੈ। ਸੋ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਕਿਹੜੀਆਂ ਗੱਲਾਂ ਦਾ ਓਨਟਾਰੀਓ NDP ਨੇ ਜ਼ਿਕਰ ਕੀਤਾ। ਪਾਰਟੀ ਵੱਲੋਂ ਪੋਰਟੇਬਲ ਹਾਊਸਿੰਗ ਬੈਨੀਫਿਟ ਦਾ ਜ਼ਿਕਰ ਕੀਤਾ ਗਿਆ। ਕਿਹਾ ਗਿਆ ਹੈ ਕਿ ਯੂਨੀਵਰਸਲ ਫਾਰਮਾ ਕੇਅਰ ਵਾਸਤੇ ਤੁਰੰਤ ਕੰਮ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਇਸ ਵਾਸਤੇ ਫੈਡਰਲ ਯੋਜਨਾ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ। 10,000 ਦੇ ਕਰੀਬ ਪਰਸਨਲ ਸਪੋਰਟ ਵਰਕਰ ਹਾਇਰ ਕੀਤੇ ਜਾਣਗੇ ਤੇ ਉਹਨਾਂ ਨੂੰ ਫਾਇਦਾ ਵੀ ਹੋਵੇਗਾ। 30,000 ਤੱਕ ਨਰਸਾਂ ਭਰਤੀ ਕੀਤੀਆਂ ਜਾਣਗੀਆਂ। 15,000 ਇੰਟਰਨੈਸ਼ਨਲੀ ਟ੍ਰੇਨਡ ਨਰਸਿਸ ਦਾ ਵੀ ਜ਼ਿਕਰ ਕੀਤਾ ਗਿਆ। ਨਾਰਥਰਨ ਓਨਟਾਰੀਓ ਵਿੱਚ 300 ਡਾਕਟਰ ਹਾਇਰ ਕੀਤੇ ਜਾਣਗੇ, ਜਿਸ ਵਿੱਚ 100 ਸਪੈਸ਼ਲਿਸਟ ਅਤੇ 40 ਮੈਂਟਲ ਹੈਲਥ ਪ੍ਰੈਕਟੀਸ਼ਨਰਸ ਨੂੰ ਸ਼ਾਮਿਲ ਕੀਤਾ ਗਿਆ। ਹੈਲਥ ਕੇਅਰ ਯੂਜ਼ਰ ਫੀਸ ਖਤਮ ਕਰਨ ਦੀ ਗੱਲ ਕੀਤੀ ਗਈ। ਮਿਡਲ ਇਨਕਮ ਪਰਿਵਾਰਾਂ ਵਾਸਤੇ ਟੈਕਸ ਫ੍ਰੀਜ਼ ਕੀਤੇ ਜਾਣਗੇ।
ਕੇਅਰ ਗਿਵਰ ਬੈਨੀਫਿਟ ਪ੍ਰੋਗਰਾਮ ਐਸਟੈਬਲਿਸ਼ ਕੀਤਾ ਜਾਵੇਗਾ, ਜਿਸ ਨਾਲ ਹਰ ਮਹੀਨੇ ਇਨਫਾਰਮਲ ਕੇਅਰ ਗਿਵਰਸ ਨੂੰ $400 ਮਿਲਣਗੇ। 2026 ਤੱਕ ਮਿਨੀਮਮ ਵੇਜ ਨੂੰ $20 ਤੱਕ ਵਧਾਇਆ ਜਾਵੇਗਾ। 20,000 ਅਧਿਆਪਕ ਅਤੇ ਐਜੂਕੇਸ਼ਨ ਵਰਕਰਸ ਹਾਇਰ ਕੀਤੇ ਜਾਣਗੇ। ਗੈਸ ਦੀਆਂ ਕੀਮਤਾਂ ਦੇ ਉੱਪਰ ਵੀ ਕਾਬੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀ ਆਮ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਸੇ ਦੇ ਚੱਲਦਿਆਂ ਹੀ ਐਨਟੀਪੀ ਵੱਲੋਂ ਅੱਜ ਇਲੈਕਸ਼ਨ ਪਲੇਟਫਾਰਮ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ। We're going to improve mental health supports and bring them into OHIP so you use your health card and not your credit card. We're going to fix seniors' care. We're going to help seniors live at home longer with more home care services and get the profits out and put the care back in to home care and long-term care. We're going to tackle the cost of living. Make sure you don't have to shell out for necessities like prescription drugs and dental care. Go after speculators that are driving up housing costs for everyone else. We're going to build more affordable homes. And help folks with their down payment so they can buy their first home. Yes. We're going to control skyrocketing rents and protect tenants. And we're going to make sure that people have good jobs that pay the bills. ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਜਦੋਂ ਗੋਲੀ ਲੱਗਣ ਕਾਰਨ ਇਹ ਨੌਜਵਾਨ ਜ਼ਖਮੀ ਹੋਇਆ ਤਾਂ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇੱਥੇ ਇਸ ਦੀ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਜ਼ਿਆਦਾ ਡਿਟੇਲ ਸਾਂਝੀ ਨਹੀਂ ਕੀਤੀ ਗਈ ਤੇ ਨਾ ਹੀ ਪੀੜਤ ਦਾ ਨਾਮ ਜਨਤਕ ਕੀਤਾ ਗਿਆ। ਮੌਕਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨੌਜਵਾਨ ਦੇ ਉੱਪਰ ਗੋਲੀ ਮਾਰੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਨਿਊ ਬਰਨਸਵਿਕ ਆਰਸੀਐਮਪੀ ਨੇ ਦੱਸਿਆ ਕਿ ਇਹ ਮਾਮਲਾ 6:10 ਦੇ ਕਰੀਬ ਸਾਹਮਣੇ ਆਇਆ। ਹੁਣ ਤੱਕ ਦੀ ਜਾਂਚ ਤੋਂ ਉਹਨਾਂ ਨੂੰ ਇਹ ਪਤਾ ਚੱਲਿਆ ਕਿ 18 ਸਾਲਾ ਨੌਜਵਾਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਅਜੇ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਹੋਮਿਸਾਈਡ ਦੇ ਤੌਰ ਦੇ ਉੱਪਰ ਕੀਤੀ ਜਾ ਰਹੀ ਹੈ ਜਾਂ ਫਿਰ ਨਹੀਂ। ਇਸ ਘਟਨਾ ਨੂੰ ਆਈਸੋਲੇਟਡ ਇਨਸੀਡੈਂਟ ਦੱਸਿਆ ਗਿਆ ਹੈ, ਜਿਸ ਦਾ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਬਾਰੇ ਪੁਲਿਸ ਦਾ ਇੱਕ ਟਵੀਟ ਵੀ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਜਾਂਚ ਦੌਰਾਨ ਆਮ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਵਾਸਤੇ ਸਲਾਹ ਦਿੱਤੀ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਬਾਅਦ ਵਿੱਚ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜਿਹੜਾ ਇਸ ਘਟਨਾ ਨਾਲ ਜੁੜਿਆ ਹੋਇਆ ਪੀੜਤ ਹੈ, ਉਸ ਦੀ ਵੀ ਪਹਿਚਾਣ ਅਜੇ ਤੱਕ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਮਾਂ ਅਤੇ 3 ਧੀਆਂ ਨੂੰ ਡਰਾਈਵਰ ਵੱਲੋਂ ਟੱਕਰ ਮਾਰੀ ਗਈ, ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਹੁਣ ਇਸ ਡਰਾਈਵਰ ਨੂੰ 23 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੱਕ ਮਾਂ ਤੇ 3 ਬੇਟੀਆਂ ਦੇ ਕਤਲ ਦੇ ਮਾਮਲੇ ਵਿੱਚ ਡਰਾਈਵਰ ਨੂੰ 23 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਬ੍ਰੈਂਪਟਨ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਪ੍ਰੋਸੀਕਿਊਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਜਿਸ ਡਰਾਈਵਰ ਨੇ ਇੱਕ ਔਰਤ ਤੇ 3 ਬੱਚੀਆਂ ਨੂੰ ਟੱਕਰ ਮਾਰੀ ਸੀ, ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ, ਇਸ ਸੰਬੰਧ ਵਿੱਚ ਹੁਣ ਉਸ ਨੂੰ 23 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿੱਚੋਂ ਉਹ 3 ਸਾਲ ਮਾਈਨਸ ਕੀਤੇ ਗਏ ਨੇ, ਜਿਹੜੇ ਉਸਨੇ ਟ੍ਰਾਇਲ ਦੀ ਉਡੀਕ ਕਰਦਿਆਂ ਹਿਰਾਸਤ ਵਿੱਚ ਬਿਤਾਏ। ਜਿਸ ਡਰਾਈਵਰ ਨੂੰ 23 ਸਾਲ ਦੀ ਸਜ਼ਾ ਸੁਣਾਈ ਗਈ, ਉਸ ਦਾ ਨਾਮ ਕਰਾਊਨ ਹੈ, ਜਿਹੜਾ ਪੈਰੋਲ ਵਾਸਤੇ ਐਲੀਜੀਬਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਓਨਟਾਰੀਓ ਕੋਰਟ ਕੋਲ ਮੰਗ ਕੀਤੀ ਗਈ ਕਿ ਪੂਰੀ ਜ਼ਿੰਦਗੀ ਉਸ ਦੀ ਡਰਾਈਵਿੰਗ ਉੱਪਰ ਰੋਕ ਲਗਾਈ ਜਾਵੇ। ਜ਼ਿਕਰਯੋਗ ਹੈ ਕਿ 18 ਜੂਨ 2020 ਨੂੰ ਜਿਹੜਾ ਹਾਦਸਾ ਵਾਪਰਿਆ, ਉਸ ਸੰਬੰਧ ਵਿੱਚ ਕਰਾਊਨ ਨੂੰ ਗਿਲਟੀ ਪਾਇਆ ਗਿਆ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇੰਪੇਅਰਡ ਬਾਈ ਡਰੱਗਸ ਕਾਜ਼ਿੰਗ ਡੈਥ, ਇਸ ਦੇ ਸੰਬੰਧ ਵਿੱਚ ਕਰਾਊਨ ਨੂੰ ਗਿਲਟੀ ਨਹੀਂ ਪਾਇਆ ਗਿਆ।
ਦੱਸਿਆ ਗਿਆ ਹੈ ਕਿ ਆਰਗੂਮੈਂਟਸ ਮੰਗਲਵਾਰ ਵਾਲੇ ਦਿਨ ਵੀ ਸੁਣੇ ਜਾਣਗੇ ਅਤੇ 16 ਮਈ ਨੂੰ ਰੂਲਿੰਗ ਆ ਸਕਦੀ ਹੈ। ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਟਵਿੱਟਰ ਖਰੀਦ ਲਿਆ ਗਿਆ। ਇਹ ਖਰੀਦਦਾਰੀ ਉਹਨਾਂ ਵੱਲੋਂ $44 ਬਿਲੀਅਨ ਵਿੱਚ ਕੀਤੀ ਗਈ ਹੈ। ਦੱਸ ਦਈਏ ਕਿ ਐਲਨ ਮਸਕ ਵੱਲੋਂ ਟਵਿੱਟਰ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਕਾਫੀ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੋਈ ਸੀ, ਕਿਉਂਕਿ ਐਲਨ ਮਸਕ ਚਾਹੁੰਦੇ ਸਨ ਕਿ ਇਸ ਵਿੱਚ ਕੁਝ ਬਦਲਾਵ ਕੀਤੇ ਜਾਣ। ਪਹਿਲਾਂ ਉਹਨਾਂ ਨੇ ਟਵਿੱਟਰ ਵਿੱਚ ਸ਼ੇਅਰ ਖਰੀਦੇ ਤੇ ਹੁਣ ਉਹਨਾਂ ਨੇ ਪੂਰਾ ਹੀ ਟਵਿੱਟਰ ਆਪਣੇ ਨਾਮ ਕਰ ਲਿਆ। ਟਵਿੱਟਰ ਹੁਣ ਐਲਨ ਮਸਕ ਦਾ ਹੋ ਗਿਆ ਹੈ। ਜੀ ਹਾਂ, ਇਸ ਨੂੰ ਹੁਣ ਐਲਨ ਮਸਕ ਵੱਲੋਂ ਟੇਕ ਓਵਰ ਕਰ ਲਿਆ ਗਿਆ। ਐਲਨ ਮਸਕ ਵੱਲੋਂ $44 ਬਿਲੀਅਨ ਵਿੱਚ ਟਵਿੱਟਰ ਨੂੰ ਟੇਕ ਓਵਰ ਕਰ ਲਿਆ ਗਿਆ। ਇਸ ਬਾਰੇ ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਹੁਣ ਐਲਨ ਮਸਕ ਵੱਲੋਂ ਖਰੀਦ ਲਿਆ ਗਿਆ ਹੈ। ਦੱਸ ਦਈਏ ਕਿ ਡੀਲ ਪੂਰੀ ਹੋਣ ਤੋਂ ਬਾਅਦ ਟਵਿੱਟਰ ਇੱਕ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਤੇ ਇਸ ਦੇ ਮਾਲਕ ਹੋਣਗੇ ਐਲਨ ਮਸਕ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਐਲਨ ਮਸਕ ਦੇ ਆਫਰ ਦੇ ਉੱਪਰ ਟਵਿੱਟਰ ਬੋਰਡ ਵਿਚਕਾਰ ਗੱਲਬਾਤ ਚੱਲ ਰਹੀ ਸੀ। ਐਲਨ ਮਸਕ ਦਾ ਮੰਨਣਾ ਹੈ ਕਿ ਫ੍ਰੀ ਸਪੀਚ ਵਾਸਤੇ ਟਵਿੱਟਰ ਨੂੰ ਪ੍ਰਾਈਵੇਟ ਹੋਣਾ ਜ਼ਰੂਰੀ ਹੈ ਤੇ ਇਸੇ ਕਾਰਨ ਹੀ ਉਹਨਾਂ ਵੱਲੋਂ ਟਵਿੱਟਰ ਨੂੰ ਖਰੀਦਣ ਦਾ ਫੈਸਲਾ ਲਿਆ ਗਿਆ। ਐਲਨ ਮਸਕ ਵੱਲੋਂ ਟਵਿੱਟਰ ਵਿੱਚ ਕਈ ਤਰ੍ਹਾਂ ਦੇ ਬਦਲਾਵ ਕਰਨ ਬਾਰੇ ਵੀ ਗੱਲ ਕਹੀ ਗਈ ਸੀ। ਇਸੇ ਦੇ ਚੱਲਦਿਆਂ ਉਹਨਾਂ ਨੇ ਟਵਿੱਟਰ ਖਰੀਦਣ ਵਾਸਤੇ ਆਫਰ ਕਰ ਦਿੱਤਾ। ਪਹਿਲਾਂ ਤਾਂ ਮਸਕ ਵੱਲੋਂ ਟਵਿੱਟਰ ਦੇ ਕੁਝ ਸ਼ੇਅਰ ਖਰੀਦੇ ਗਏ ਸਨ, ਪਰ ਹੁਣ ਪੂਰਾ ਦਾ ਪੂਰਾ ਟਵਿੱਟਰ ਹੀ ਉਹਨਾਂ ਦਾ ਹੋ ਚੁੱਕਿਆ। ਦੱਸ ਦਈਏ ਕਿ ਉਹਨਾਂ ਵੱਲੋਂ ਪ੍ਰਤੀ ਸ਼ੇਅਰ $54.20 ਦੇ ਹਿਸਾਬ ਨਾਲ ਖਰੀਦਿਆ ਗਿਆ। ਹੁਣ ਇਹ ਵੱਡਾ ਐਲਾਨ ਹੋਣ ਤੋਂ ਬਾਅਦ ਐਲਨ ਮਸਕ ਦਾ ਪਹਿਲਾ ਟਵੀਟ ਵੀ ਸਾਹਮਣੇ ਆ ਚੁੱਕਿਆ, ਜਿਸ ਵਿੱਚ ਉਹਨਾਂ ਵੱਲੋਂ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਗਿਆ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਦਾ ਕਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1455 ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਕਰੋਨਾ ਵਾਇਰਸ ਕਾਰਨ ਭਰਤੀ ਕਰਵਾਇਆ ਗਿਆ। ਇੰਟੈਂਸਿਵ ਕੇਅਰ ਅਧੀਨ 219 ਦੀ ਗਿਣਤੀ ਦੱਸੀ ਗਈ ਹੈ। ਸੂਬੇ ਵਿੱਚ 24 ਘੰਟਿਆਂ ਦੌਰਾਨ 2000 ਤੋਂ ਜ਼ਿਆਦਾ ਕੇਸਿਸ ਸਾਹਮਣੇ ਆਏ। ਬੀਤੇ 24 ਘੰਟਿਆਂ ਦੌਰਾਨ 2028 ਕੇਸਿਸ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਹੁਣ ਤੱਕ ਕੁੱਲ ਕਰੋਨਾ ਮਾਮਲਿਆਂ ਦਾ ਅੰਕੜਾ 12,44,186 ਤੇ ਪਹੁੰਚ ਗਿਆ। ਸੂਬੇ ਵਿੱਚ ਬੀਤੀ 24 ਘੰਟਿਆਂ ਦੌਰਾਨ 2 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,736 ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,97,545 ਦੱਸੀ ਗਈ ਹੈ। ਵੈਕਸੀਨੇਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 93% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ, 56.3% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਡੋਜ਼ ਹਾਸਲ ਕੀਤੇ ਗਏ ਨੇ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 35% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕੀਤੇ ਗਏ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 15.3% ਦੱਸਿਆ ਗਿਆ। ਕਿਊਬਿਕ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਹਾਲਾਤ ਇਹ ਕਹਿ ਰਹੇ ਹਨ ਕਿ ਇੱਥੇ ਪਹਿਲਾਂ ਦੇ ਮੁਕਾਬਲੇ ਕੇਸਿਸ ਵਿੱਚ ਵਾਧਾ ਹੋਇਆ ਹੈ। ਹਸਪਤਾਲ ਵਿੱਚ 2000 ਤੋਂ ਵੱਧ ਦੀ ਗਿਣਤੀ ਹੈ। 2345 ਨੂੰ ਕਰੋਨਾ ਵਾਇਰਸ ਕਾਰਨ ਇੱਥੇ ਭਰਤੀ ਕਰਵਾਇਆ ਗਿਆ। ਇੰਟੈਂਸਿਵ ਕੇਅਰ ਅਧੀਨ 86 ਦੱਸੇ ਜਾ ਰਹੇ ਨੇ। ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ 1305 ਕੇਸਿਸ ਰਿਕਾਰਡ ਕੀਤੇ ਗਏ ਤੇ 8 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਨੇ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 10,33,000 ਤੋਂ ਵੱਧ ਕਰੋਨਾ ਦੇ ਕੇਸਿਸ ਸਾਹਮਣੇ ਆ ਚੁੱਕੇ ਨੇ। 14,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਤੇ ਇਸ ਤੋਂ ਵੱਧ ਹੈ, ਉਹਨਾਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 54% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 3 ਸੂਬਿਆਂ ਨੇ ਕੱਢੇ ਡਰਾਅ, ਜਾਣੋ ਕਿੰਨਿਆਂ ਦੀ ਜਾਗੀ ਕਿਸਮਤ। ਵਿਆਜ ਦਰਾਂ ਵਿੱਚ ਹੋਵੇਗਾ ਹੋਰ ਵਾਧਾ, ਸੈਂਟਰਲ ਬੈਂਕ ਨੇ ਦਿੱਤੀ ਜਾਣਕਾਰੀ। ਕੈਨੇਡਾ 'ਚ ਵਧੀ ਸ਼ਰਨਾਰਥੀਆਂ ਦੀ ਗਿਣਤੀ 2017 ਤੋਂ ਬਾਅਦ ਦਾ ਵੱਡਾ ਅੰਕੜਾ ਆਇਆ ਸਾਹਮਣੇ। ਪਾਸਪੋਰਟ ਹਾਸਲ ਕਰਨ ਵਿੱਚ ਲੱਗ ਰਿਹਾ ਵੱਧ ਸਮਾਂ, ਰਿਕਾਰਡ ਤੋੜ ਅੰਕੜਾ ਆਇਆ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।